ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨਾਲ ਪਹਿਲੀ ਵਾਰ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਆਪਾਂ ਮਾਸਟਰ ਕੈਡਰ ਦੇ ਸਿਲੇਬਸ ਦੇ ਅਨੁਸਾਰ ਇੱਕ ਵਿਸ਼ੇ ਦਾ ਟੈਸਟ ਲੈਂਦੇ ਅਤੇ ਅੱਜ ਆਪਣਾ 13ਵਾਂ ਟੈਸਟ ਆ ਲੋਕ ਸਾਹਿਤ ਦੇ ਭਿੰਨ ਰੂਪ। ਅਤੇ ਜਿਹੜੇ ਅੱਜ ਪਹਿਲੀ ਵਾਰ ਟੈਸਟ ਦੇ ਰਹੇ ਉਹਨਾਂ ਨੂੰ ਮੈਂ ਦੱਸ ਦਿੰਦੀ ਹਾਂ ਕਿ ਅੱਜ ਜਿਹੜੇ ਆ ਲੋਕ ਸਾਹਿਤ ਦੇ ਭਿੰਨ ਰੂਪ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੀ ਨੋਟਬੁੱਕ 'ਤੇ ਨੋਟ ਕਰ ਲੈਣਾ ਅਤੇ ਇਹਨਾਂ ਦੇ ਉੱਤਰ ਤੁਹਾਨੂੰ ਕੱਲ੍ਹ ਨੂੰ ਮਿਲ ਜਾਣਗੇ। ਅੱਜ ਦਾ ਟੈਸਟ ਸਟਾਰਟ ਕਰਦੇ ਹਾਂ ਅਤੇ ਜਿਨ੍ਹਾਂ ਨੇ ਪਿਛਲੇ ਟੈਸਟ ਨਹੀਂ ਕੀਤੇ ਉਹ ਚੈਨਲ ਦੀ ਪਲੇਲਿਸਟ ਜਾ ਕੇ ਚੈੱਕ ਕਰ ਲਿਓ ਜਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹਦਾ ਲਿੰਕ ਦਿੱਤਾ ਹੋਇਆ ਹੈ। ਸਾਡਾ ਪਹਿਲਾ ਪ੍ਰਸ਼ਨ ਹੈ, ਲੋਕ ਸਾਹਿਤ ਕੀ ਹੈ? ਲੋਕ ਸਾਹਿਤ ਜਿਹੜਾ ਹਮੇਸ਼ਾ ਸਥਿਰ ਰਹਿੰਦਾ ਹੈ ਜਾਂ ਪਾਣੀ ਦੇ ਵਹਿਣ ਵਾਂਗ ਨਿਰੰਤਰ ਚੱਲਦਾ ਰਹਿੰਦਾ ਹੈ, 5 ਸਾਲਾਂ ਬਾਅਦ ਬਦਲ ਜਾਂਦਾ ਹੈ, ਹਰ ਸਦੀ ਬਾਅਦ ਬਦਲਦਾ ਹੈ। ਕੀ ਹੈ ਲੋਕ ਸਾਹਿਤ? ਅਗਲਾ ਪ੍ਰਸ਼ਨ ਹੈ, ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ, ਇੱਕ ਖਾਸ ਖਿੱਤੇ ਵੱਲੋਂ ਕੀਤਾ ਜਾਂਦਾ ਹੈ, ਸਮਾਜ ਸ਼ਾਸਤਰੀ, ਸਮੁੱਚੀ ਜਾਤੀ ਦੇ ਲੋਕ, ਇੱਕ ਖਾਸ ਭਾਸ਼ਾ ਵਿਗਿਆਨੀ। ਅਗਲਾ ਪ੍ਰਸ਼ਨ ਹੈ, ਲੋਕ ਸਾਹਿਤ ਅਭਿਵਿਅਕਤੀ ਕੀ ਹੈ? ਲੋਕ ਜੀਵਨ ਦੀ, ਲੋਕ ਮਾਨਸ ਦੀ, ਲੋਕ ਵਿਹਾਰ ਦੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਸੂਫੀ ਕਾਵਿ ਵਿੱਚ ਲੋਕ ਧਾਰਾ ਦੇ ਕਿਹੜੇ ਤੱਤ ਮਿਲਦੇ ਨੇ? ਗੰਨਾ, ਚਰਖਾ, ਕੁੱਜਾ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਲੋਕ ਗੀਤਾਂ ਦਾ ਮੁੱਖ ਵਿਸ਼ਾ ਕਿਹੜਾ ਹੈ? ਇਹ ਮਨੁੱਖੀ ਮਨ ਦੇ ਆਪ ਮੁਹਾਰੇ ਫੁੱਟੇ ਚਸ਼ਮੇ ਹੁੰਦੇ ਹਨ। ਲੋਕ ਗੀਤਾਂ ਦਾ ਗੁਣ ਵਿਆਪਕਤਾ ਹੈ, ਇਹ ਲੋਕ ਮਾਨਸ ਦੇ ਨਾਲ ਜੁੜੇ ਹੁੰਦੇ ਆ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਸੁੰਦਰ ਮੁੰਦਰੀਏ ਕਿਸ ਵੇਲੇ ਗਾਇਆ ਜਾਣ ਵਾਲਾ ਗੀਤ ਹੈ? ਦੀਵਾਲੀ, ਲੋਹੜੀ, ਹੋਲੀ ਜਾਂ ਵਿਸਾਖੀ। ਅਗਲਾ ਪ੍ਰਸ਼ਨ ਹੈ, ਥਾਲ ਗੀਤ ਕਿਸ ਲੋਕ ਗੀਤ ਦਾ ਅੰਸ਼ ਹੈ? ਕਾਰਜਗਤ ਗੀਤ, ਨਿਰਤ ਗੀਤ, ਪਿਆਰ ਗੀਤ, ਬੱਚਿਆਂ ਦੇ ਗੀਤ। ਅਗਲਾ ਪ੍ਰਸ਼ਨ ਹੈ, ਕੰਮ ਕਾਜ ਵੇਲੇ ਗਾਏ ਜਾਣ ਵਾਲੇ ਗੀਤ ਕਿਹੜੇ ਹੁੰਦੇ ਆ? ਬੱਚਿਆਂ ਦੇ ਗੀਤ, ਨਿਰਤ ਗੀਤ, ਕਾਰਜਗਤ ਗੀਤ, ਸੂਰਮ ਗਤੀ ਦੇ ਗੀਤ। ਸੂਰਮ ਗਤੀ ਨਾਲ ਸੰਬੰਧਿਤ ਗੀਤ ਹੈ ਜਿਉਣਾ ਮੋੜ, ਸਾਵਨ, ਰੰਗ ਰੀੜੀ ਰੀੜ, ਢਹਿ ਗਿਆ ਚੁਬਾਰਾ। ਖੁੱਲਾ ਕਾਵਿ ਰੂਪ ਕਿਹੜਾ ਹੈ? ਘੋੜੀਆਂ, ਸੁਹਾਗ, ਦੋੜਾ ਜਾਂ ਹੇਰਾ। ਅਲਾਹੁਣੀਆਂ ਦੀ ਵਿਸ਼ੇਸ਼ਤਾ ਹੈ, ਇਹ ਇੱਕ ਔਰਤ ਵੱਲੋਂ ਗਾਇਆ ਜਾਂਦਾ ਹੈ, ਪੇਸ਼ਾਵਰ ਸਿਆਪਾਕਾਰ ਤੇ ਨਾਇਨ ਜਾਂ ਮਰਾਸਣ ਵੱਲੋਂ ਗਾਇਆ ਜਾਂਦਾ ਹੈ, ਕਿਸੇ ਔਰਤ ਦੇ ਮਰਨ ਸਮੇਂ ਗਾਇਆ ਜਾਂਦਾ ਹੈ ਜਾਂ ਕਿਸੇ ਮਰਦ ਦੇ ਮਰਨ ਸਮੇਂ ਗਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਖੁੱਲ੍ਹੇ ਕਾਵਿ ਰੂਪ ਕੀ ਹੁੰਦੇ ਨੇ? ਜਿਨ੍ਹਾਂ ਦਾ ਰੂਪ ਵਿਧਾਨ ਬੰਦ ਰੂਪਾਂ ਦੀ ਸਿਰਜਣਾ ਦੇ ਮੁਕਾਬਲੇ ਵਧੇਰੇ ਲਚੀਲਾ ਹੁੰਦਾ ਹੈ। ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ, ਪੁਨਰ ਸਿਰਜਣਾ ਦੀ ਪ੍ਰਕਿਰਿਆ ਮੱਧਮ ਤੇ ਬਚਵੇਂ ਨੇਮਾਂ ਅਧੀਨ ਚੱਲਦੀ ਹੈ। ਇਹਨਾਂ ਨੂੰ ਗਾਉਣ ਸਮੇਂ ਵਧੇਰੇ ਠਹਿਰਾਓ ਤੇ ਹੌਲੀ ਹੇਕ ਦੀ ਲੋੜ ਪੈਂਦੀ ਹੈ।
ਅਗਲਾ ਪ੍ਰਸ਼ਨ ਹੈ, ਟੱਪਾ ਕਿਸ ਨੂੰ ਕਿਹਾ ਜਾਂਦਾ ਹੈ? ਇੱਕ ਤੁੱਕੀ ਬੋਲੀ, ਇੱਕ ਲੰਬੀ ਬੋਲੀ, ਮਿਲ ਕੇ ਨਾ ਗਾਉਣ ਵਾਲਾ ਗੀਤ, ਪੇਸ਼ਾਵਰ ਜਾਤੀਆਂ ਵੱਲੋਂ ਗਾਇਆ ਜਾਣ ਵਾਲਾ ਗੀਤ। ਅਗਲਾ ਪ੍ਰਸ਼ਨ ਹੈ, ਨਿੱਕੀ ਬੋਲੀ ਕਦੋਂ ਗਾਈ ਜਾਂਦੀ ਹੈ? ਜੰਝ ਚੜ੍ਹਨ ਸਮੇਂ, ਸਿੱਠਣੀਆਂ ਤੋਂ ਪਹਿਲਾਂ, ਗਿੱਧੇ ਦੀ ਤਾਲ ਨੂੰ ਤੇਜ਼ ਕਰਨ ਲਈ ਬੋਲੀ ਜਾਂਦੀ ਹੈ, ਤ੍ਰਿੰਝਣਾਂ ਵਿੱਚ ਗਾਈਆਂ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ, ਹੇਰਾ ਕਦੋਂ ਗਾਇਆ ਜਾਂਦਾ ਹੈ? ਮੌਤ ਸਮੇਂ, ਜਨਮ ਸਮੇਂ, ਵਿਆਹ ਸਮੇਂ, ਕੰਮ ਕਾਜ ਸਮੇਂ। ਛੰਦ ਕਿਸ ਨੂੰ ਸੁਣਾਏ ਜਾਂਦੇ ਹਨ? ਸਾਲੀ ਨੂੰ, ਜੀਜੇ ਨੂੰ, ਭੈਣ ਨੂੰ ਤੇ ਮਾਮੇ ਨੂੰ। ਅਗਲਾ ਪ੍ਰਸ਼ਨ ਹੈ, ਛੰਦ ਸੁਣਾਉਂਦਾ ਕੌਣ? ਘਰਵਾਲੀ, ਭਰਾ, ਸਾਲੀ ਜਾਂ ਜੀਜਾ। ਖੇਡ ਗੀਤ ਅਤੇ ਨਾਚ ਗੀਤ ਵਿੱਚ ਕਿਹੜੇ ਕਿਹੜੇ ਲੋਕ ਕਾਵਿ ਸ਼ਾਮਲ ਹਨ? ਲੋਰੀਆਂ, ਥਾਲ ਦੇ ਗੀਤ, ਕਿੱਕਲੀ ਦੇ ਗੀਤ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਮਰਾਸੀਆਂ ਵੱਲੋਂ ਗਾਏ ਜਾਣ ਵਾਲੇ ਗੀਤ ਹਨ? ਦੇਵੀ ਦੇਵਤਿਆਂ ਬਾਰੇ ਗੀਤ, ਸੂਰਮ ਗਤੀ ਦੇ ਗੀਤ, ਪੇਸ਼ਾਵਰ ਜਾਤੀਆਂ ਦੇ ਗੀਤ, ਨਿਰਤ ਗੀਤ। ਵਾਰ ਕਾਵਿ ਰੂਪ ਵਿੱਚ ਦੋ ਧਿਰਾਂ ਦੀ ਲੜਾਈ ਹੁੰਦੀ ਹੈ, ਜਾਂ ਦੋ ਰਾਜਿਆਂ ਦੀ ਲੜਾਈ ਹੁੰਦੀ ਹੈ, ਜਾਂ ਫਿਰ ਇਤਿਹਾਸਿਕ ਜਾਂ ਮਿਥਿਹਾਸਿਕ ਨਾਇਕ ਦੀ ਸਿਫਤ, ਜਾਂ ਰਾਜਨੀਤਿਕ ਤੇ ਆਰਥਿਕ ਯੁੱਧਾਂ ਦਾ ਵਰਣਨ। ਅਗਲਾ ਪ੍ਰਸ਼ਨ ਹੈ, ਵਾਰ ਕਾਵਿ ਰੂਪ ਵਿੱਚ ਵਧੇਰੇ ਕਿਹੜਾ ਛੰਦ ਵਰਤਿਆ ਜਾਂਦਾ ਹੈ? ਪੌੜੀ, ਕੋਰੜਾ, ਬੈਂਤ, ਦਵੱਈਆ। ਅਗਲਾ ਪ੍ਰਸ਼ਨ ਹੈ, 12ਵਾਂ ਕੀ ਹੈ? 12 ਸਾਲਾਂ ਦਾ ਵਰਣਨ, 12 ਮਹੀਨਿਆਂ ਦਾ ਵਰਣਨ। ਇਸ ਵਿੱਚ ਬਿਰਹਾ ਦੀ ਮਾਨਸਿਕ ਪੀੜਾ ਦਾ ਦਰਦ 12 ਮਹੀਨਿਆਂ ਦੀ ਪ੍ਰਕਿਰਤੀ ਦੇ ਭਿੰਨ ਭਿੰਨ ਚਿੱਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ, ਜਾਂ ਉਪਰੋਕਤ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਲੰਬੀ ਹੇਕ ਨਾਲ ਗਾਇਆ ਜਾਣ ਵਾਲਾ ਕਾਵਿ ਰੂਪ ਹੈ? ਟੱਪਾ, ਘੋੜੀ, ਸੱਦ ਜਾਂ ਸੁਹਾਗ। ਅਗਲਾ ਪ੍ਰਸ਼ਨ ਹੈ, ਢੋਲੇ ਦਾ ਵਿਸ਼ਾ ਕੀ ਹੈ? ਜਾਂਗਲੀ ਮੁਟਿਆਰ ਦਾ ਸੁਹੱਪਣ, ਉਹਨਾਂ ਦੇ ਤਰਲੇ ਜਜ਼ਬੇ, ਦਿਲ ਦੀਆਂ ਸੱਧਰਾਂ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਜਿਉਣਾ ਮੋੜ ਕਿਸ ਇਲਾਕੇ ਦਾ ਨਾਇਕ ਹੈ? ਮਾਝਾ, ਮਾਲਵਾ, ਦੁਆਬਾ ਜਾਂ ਪੋਠੋਹਾਰ। ਇਹਨਾਂ ਵਿੱਚੋਂ ਲੋਕ ਕਲਾਵਾਂ ਦੇ ਕਿਹੜੇ ਕਿਹੜੇ ਰੂਪ ਹਨ? ਲੋਕ ਨਾਚ, ਲੋਕ ਗਹਿਣੇ, ਲੋਕ ਸਾਜ਼ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਭੰਗੜਾ ਕੀ ਹੈ? ਲੋਕ ਨਾਚ, ਲੋਕ ਗਾਇਨ ਜਾਂ ਲੋਕ ਸੰਗੀਤ। ਅਗਲਾ ਪ੍ਰਸ਼ਨ ਹੈ, ਗਿੱਧਾ ਕਿੱਥੋਂ ਦਾ ਪ੍ਰਸਿੱਧ ਲੋਕ ਨਾਚ ਹੈ? ਪੰਜਾਬ ਦਾ, ਕਸ਼ਮੀਰ ਦਾ, ਹਰਿਆਣੇ ਦਾ ਜਾਂ ਗੁਜਰਾਤ ਦਾ। ਅਗਲਾ ਪ੍ਰਸ਼ਨ ਹੈ, ਝੂਮਰ ਕੀ ਹੈ? ਇਸਤਰੀਆਂ ਦਾ ਲੋਕ ਨਾਚ,
ਬੱਚਿਆਂ ਦਾ ਲੋਕ ਨਾਚ, ਮਰਦਾਂ ਦਾ ਲੋਕ ਨਾਚ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਸਾਦਲਬਾਰ ਦੇ ਇਲਾਕੇ ਨਾਲ ਸੰਬੰਧਿਤ ਲੋਕ ਨਾਚ ਕਿਹੜਾ ਹੈ? ਭੰਗੜਾ, ਗਿੱਧਾ, ਲੁੱਡੀ ਜਾਂ ਝੂਮਰ। ਅੱਗੇ 31 ਨੰਬਰ ਪ੍ਰਸ਼ਨ, ਕਿੱਕਲੀ ਕੀ ਹੈ? ਬੁੱਢਿਆਂ ਦਾ ਲੋਕ ਨਾਚ, ਮੁੰਡਿਆਂ ਦਾ ਲੋਕ ਨਾਚ, ਮਰਦਾਂ ਦਾ ਲੋਕ ਨਾਚ ਜਾਂ ਇਸਤਰੀਆਂ ਤੇ ਕੁੜੀਆਂ ਦਾ ਲੋਕ ਨਾਚ। ਅਗਲਾ ਪ੍ਰਸ਼ਨ, ਲੋਕ ਕਥਾਵਾਂ ਦੇ ਵਿਸ਼ੇ ਹਨ। ਖਾਸ ਲੋਕਾਂ ਤੋਂ ਲਏ ਜਾਂਦੇ ਹਨ, ਕੁਝ ਰਾਜਨੀਤਿਕ ਲੋਕਾਂ ਤੋਂ ਲਏ ਜਾਂਦੇ ਹਨ, ਇੱਕ ਖਾਸ ਕਬੀਲਾ ਵਿੱਚੋਂ ਲਏ ਜਾਂਦੇ ਹਨ ਜਾਂ ਆਮ ਸਧਾਰਨ ਜੀਵਨ ਵਿੱਚੋਂ ਲਏ ਜਾਂਦੇ ਹਨ। ਅਗਲਾ ਪ੍ਰਸ਼ਨ, ਲੋਕ ਕਥਾਵਾਂ ਵਿੱਚ ਦੰਤ ਕਥਾਵਾਂ ਕੀ ਹੁੰਦੀਆਂ ਨੇ? ਪਸ਼ੂਆਂ ਨਾਲ ਸੰਬੰਧਿਤ ਹੁੰਦੀਆਂ ਨੇ, ਜਾਦੂ ਟੂਣਾ ਤੇ ਪਰਾ ਸਰੀਰਕ ਅੰਸ਼ ਵਧੇਰੇ ਮਿਲਦਾ ਹੈ, ਜਾਂ ਡੂੰਘੀ ਨੀਤੀ ਵਾਲੀ ਗੱਲ ਕੀਤੀ ਜਾਂਦੀ ਹੈ, ਜਾਂ ਇਸ ਵਿੱਚ ਇਤਿਹਾਸ ਤੇ ਮਿਥਿਹਾਸ ਦਾ ਮੇਲ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਲੋਕ ਗਾਥਾ ਕੀ ਹੁੰਦੀ ਹੈ? ਕਵਿਤਾ, ਕਹਾਣੀ। ਇਹ ਉਹਨਾਂ ਲੋਕ ਕਵਿਤਾਵਾਂ ਨੂੰ ਨਾਮ ਦਿੱਤਾ ਜਾਂਦਾ ਹੈ ਜਿਸ ਅੰਦਰ ਕਿਸੇ ਪ੍ਰਕਾਰ ਦੀ ਕਹਾਣੀ ਮਿਲਦੀ ਹੈ, ਜਾਂ ਇਹ ਗੀਤ ਆ। ਇਹਨਾਂ ਵਿੱਚੋਂ ਲੋਕ ਗਾਥਾ ਕਿਹੜੀ ਹੈ? ਟਾਹਲੀ ਮੇਰੇ ਬੱਚੇ, ਘਾਹ ਤੇ ਮੋਥਾ, ਜਿਉਣਾ ਮੋੜ, ਉਪਰੋਕਤ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਦੁੱਲਾ ਭੱਟੀ ਕੀ ਹੈ? ਲੋਕ ਗਾਥਾ, ਪਰੀ ਕਥਾ, ਮਿਥਕ ਕਥਾ ਜਾਂ ਜਨੌਰ ਕਥਾ। ਅਗਲਾ ਪ੍ਰਸ਼ਨ, ਡਿੱਗੀ ਖੋਤੀ ਤੋਂ ਗੁੱਸਾ ਘੁਮਿਆਰ ਤੇ ਕੀ ਹੈ? ਅਖਾਣ, ਬੁਝਾਰਤ, ਮੁਹਾਵਰਾ, ਲੋਕ ਗਾਥਾ। ਦੋ ਘਰਾਂ ਦਾ ਮਹਿਮਾਨ ਭੁੱਖਾ ਕੀ ਹੈ? ਬੁਝਾਰਤ, ਮੁਹਾਵਰਾ, ਲੋਕ ਕਥਾ ਜਾਂ ਅਖਾਣ। ਖਵਾਜੇ ਦਾ ਗਵਾਹ ਡੱਡੂ ਕੀ ਹੈ? ਅਖਾਣ ਆ, ਬੁਝਾਰਤ ਆ ਜਾਂ ਲੋਕ ਗੀਤ ਆ ਜਾਂ ਮੁਹਾਵਰਾ ਹੈ। ਅਗਲਾ ਪ੍ਰਸ਼ਨ ਹੈ, ਈਦ ਦਾ ਚੰਦ ਹੋਣਾ ਕੀ ਹੈ? ਬੁਝਾਰਤ, ਮੁਹਾਵਰਾ, ਅਖਾਣ ਜਾਂ ਲੋਕ ਕਹਾਣੀ। ਹੇਠ ਲਿਖਿਆਂ ਵਿੱਚੋਂ ਮੁਹਾਵਰਾ ਕਿਹੜਾ ਹੈ? ਉੱਲੂ ਬੋਲਣਾ, ਸਵਾਂਗ, ਝੂਮਰ, ਗੌਂ ਭਨਾਵੇਂ ਜੌਂ। ਅਗਲਾ ਪ੍ਰਸ਼ਨ ਹੈ, ਮੁਹਾਵਰਾ ਕੀ ਹੈ? ਕਿਸੇ ਡੂੰਘੀ ਚੀਜ਼ ਦਾ ਅਰਥ, ਸਮਾਜਿਕ ਸਮਾਇਕ ਹਾਲਾਤ, ਮਨੁੱਖ ਦੇ ਹਰ ਪਹਿਲੂ ਤੇ ਵਿਚਾਰ, ਕਿਸੇ ਵੀ ਲੋਕ ਸੱਚਾਈ ਨੂੰ ਪੇਸ਼ ਕਰਦਾ ਹੈ। ਅਗਲਾ ਪ੍ਰਸ਼ਨ ਹੈ, ਡਾਕਟਰ ਵਣਜਾਰਾ ਬੇਦੀ ਦੀ ਰਚਨਾ ਕਿਹੜੀ ਹੈ? ਬਾਤਾਂ ਮੁੱਢ ਕਦੀਮ ਦੀਆਂ, ਪੰਜਾਬ, ਮੇਰਾ ਪਿੰਡ, ਪੰਜਾਬੀ ਲੋਕ ਗੀਤ। ਅੱਗੇ ਹੈ, ਇਹਨਾਂ ਵਿੱਚੋਂ ਲੋਕ ਖੇਡ ਕਿਹੜੀ ਹੈ? ਮਿਲਣੀ, ਸਵਾਗ, ਨਕਲਾਂ, ਡੰਡਾ ਡੁੱਕ। ਅਗਲਾ ਪ੍ਰਸ਼ਨ ਹੈ, ਰਾਜਾ ਰਸਾਲੂ ਕਿਹੜੀ ਕਥਾ ਹੈ? ਦੰਤ ਕਥਾ ਹੈ ਜਾਂ ਪਰੀ ਕਥਾ ਹੈ ਕਿ ਪ੍ਰੇਤ ਕਥਾ ਹੈ ਜਾਂ ਜਨੌਰ ਕਥਾ ਹੈ।
अगला प्रश्न है पूरन भगत केड़ी कथा है? जनौर कथा, प्रेत कथा, दंत कथा ਜਾਂ परी कथा। लोक संगीत, लोक नाट, लोक नाच, लोक चित्र, मूर्तियाँ आदि किस ਦੇ ਭਾਗ ਹਨ? अनुष्ठान, लोक हुनर, लोक विश्वास, रीति रिवाज। अगला प्रश्न है दुध रिड़ के झांझरा वाली कैंठे वाला धार कड्ढदा ये की है? माइया, सुहाग, सद जां टप्पा। अगला प्रश्न है लोक ਸਾਹਿਤ ਦੀ ਉਪਜ ਕਿੱਥੇ ਹੁੰਦੀ ਹੈ? ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਲੋਕ ਮਨਾਂ ਵਿੱਚ ਜਾਂ ਪੁਸਤਕਾਂ ਵਿੱਚ। ਅੱਗੇ ਲੋਕ ਸਾਹਿਤ ਕਿਸ ਦੀ ਰਚਨਾ ਹੁੰਦੀ ਹੈ? ਇੱਕ ਵਿਅਕਤੀ ਦੀ, ਦੋ ਵਿਅਕਤੀਆਂ ਦੀ, ਕਿਸੇ ਸਾਹਿਤਕਾਰ ਦੀ, ਵਿਸ਼ੇਸ਼ ਸੱਭਿਆਚਾਰਕ ਸਮੂਹ ਦੀ। ਅੱਗੇ ਲੋਕ ਸਾਹਿਤ ਵਿੱਚ ਸ਼ਾਮਿਲ ਹੈ ਲੋਕ ਪ੍ਰਵਾਨਗੀ, ਲੋਕ ਮਨ ਦੀ ਉਪਜ, ਸ਼ਾਸਤਰੀ ਨੇਮਾਂ ਤੋਂ ਮੁਕਤ, ਸਮੂਹਿਕ ਸੰਪਤੀ ਤੇ ਇਹ ਸਾਰੇ ਹੀ। ਅਗਲਾ ਪ੍ਰਸ਼ਨ ਹੈ ਦਵਿੰਦਰ ਸਤਿਆਰਥੀ ਲੋਕ ਸਾਹਿਤ ਨੂੰ ਕੀ ਮੰਨਦਾ ਹੈ? ਹਮੇਸ਼ਾ ਜਿਉਂਦਾ ਰਹਿਣ ਵਾਲਾ, ਕਦੇ ਪਰਿਵਰਤਨ ਨਾ ਹੋਣ ਵਾਲਾ, ਇੱਕ ਕਰਤਾ ਹੁੰਦਾ ਹੈ ਜਾਂ ਸਾਰੇ ਪ੍ਰਵਾਨ ਨਹੀਂ ਕਰਦੇ ਹਨ। ਲੋਕ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹੈ ਕਦੇ ਗੁਆਚਦਾ ਨਹੀਂ, ਲਗਾਤਾਰ ਪ੍ਰਵਾਹ ਹੁੰਦਾ ਹੈ, ਕਈ ਰੂਪਾਂ ਵਿੱਚ ਮਿਲਦਾ ਹੈ, ਰਚਨਾਕਾਰ ਅਗਿਆਤ ਹੁੰਦਾ ਹੈ ਜਾਂ ਉਪਰੋਕਤ ਸਾਰੇ ਹੀ। ਤੇ ਇਸ ਤੋਂ ਅਗਲਾ ਟੈਸਟ ਆਪਣਾ ਜਿਹੜਾ ਮੌਕ ਟੈਸਟ 14ਵਾਂ ਹੋਏਗਾ ਉਹ ਹੋਊਗਾ ਸੱਭਿਆਚਾਰ ਨਾਲ। ਮੇਰੇ ਤਾਂ ਧਿਆਨ 'ਚ ਨਹੀਂ ਸੀ ਇਹ ਟੌਪਿਕ ਰਹਿ ਗਿਆ, ਤੁਸੀਂ ਵੀ ਨਹੀਂ ਕਿਸੇ ਦੱਸਿਆ ਕਿ ਟੈਸਟ ਕਰਕੇ ਥੱਕ ਗਏ ਸਾਰੇ। ਚਲੋ ਅਗਲਾ ਪ੍ਰਸ਼ਨ ਹੈ ਲੋਕ ਗੀਤ ਦੀ ਰਚਨਾ ਵਿੱਚ ਸ਼ਾਮਿਲ ਹੈ ਮੌਖਿਕ ਰੂਪ ਵਿੱਚ, ਲੋਕ ਬੋਲੀ, ਸੰਗੀਤਮਈ ਰਚਨਾ, ਲੋਕ ਮਾਨਸ ਦੀ ਅਭਿਵਿਅਕਤੀ, ਲੋਕ ਸਮੂਹ ਦੀ ਰਚਨਾ ਤੇ ਹੋਰ ਸਾਰੇ। ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ ਕੋਈ ਖਾਸ ਪੜ੍ਹਿਆ ਲਿਖਿਆ ਵਿਅਕਤੀ, ਕਿਸੇ ਖਾਸ ਖਿੱਤੇ ਦਾ ਲੋਕ ਸਮੂਹ, ਕੋਈ ਭਾਸ਼ਾ ਵਿਗਿਆਨ, ਕੋਈ ਦਾਰਸ਼ਨਿਕ। ਅਗਲਾ ਪ੍ਰਸ਼ਨ ਹੈ ਲੋਕ ਗੀਤ ਦੇ ਪੈਦਾ ਹੋਣ ਦੇ ਕਾਰਨਾਂ ਵਿੱਚ ਸ਼ਾਮਿਲ ਹੈ ਜਾਦ ਯੁੱਗ ਦੀ ਪੈਦਾਵਾਰ, ਲੋਕਧਾਰਾ ਦੇ ਰੂਪ ਵਜੋਂ, ਮਨੁੱਖ ਦੀਆਂ ਮਾਨਸਿਕ, ਸਮਾਜਿਕ ਤੇ ਆਰਥਿਕ ਲੋੜਾਂ ਵਜੋਂ ਜਾਂ ਇਹ ਸਾਰੇ ਹੀ। ਅਗਲਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜੀ ਵੰਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਿਲ ਨਹੀਂ? ਛਟੀ ਦੇ ਗੀਤ, ਵਾਢੀ ਦੇ ਗੀਤ, ਕੁੜਮਾਈ ਦੇ ਗੀਤ, ਗਰਭਧਾਰਨ ਨਾਲ ਸੰਬੰਧਿਤ ਗੀਤ। ਅਗਲਾ ਪ੍ਰਸ਼ਨ ਹੈ ਪੰਜਾਬੀ ਲੋਕ ਗੀਤਾਂ ਵਿੱਚ ਦਿਓਰ ਭਾਬੀ ਦਾ ਰਿਸ਼ਤਾ ਕਿਹੋ ਜਿਹਾ ਪੇਸ਼ ਕੀਤਾ ਗਿਆ ਹੈ? ਸ਼ਰਧਾ ਭਰਿਆ, ਈਰਖਾਲੂ, ਰੋਮਾਂਟਿਕ, ਨਫ਼ਰਤ ਭਰਿਆ। ਅਗਲਾ ਪ੍ਰਸ਼ਨ ਹੈ ਤ੍ਰਿੰਝਣ ਦੇ ਗੀਤਾਂ ਨੂੰ ਤੁਸੀਂ ਲੋਕ ਗੀਤਾਂ ਦੇ ਕਿਹੜੇ ਵਰਗ ਵਿੱਚ ਸ਼ਾਮਿਲ ਕਰੋਗੇ? ਪਿਆਰ ਗੀਤ, ਰੁੱਤਾਂ ਦੇ ਗੀਤ, ਕਾਰਜਗਤ ਗੀਤ ਜਾਂ ਸੰਸਕਾਰ ਗੀਤ।
ਤ੍ਰਿੰਜਣ ਦੇ ਗੀਤ ਦਾ ਮੁੱਖ ਵਿਸ਼ਾ ਹੁੰਦਾ ਹੈ ਮਹੀਨਿਆਂ ਬਾਰੇ, ਆਪਣੇ ਪੇਸ਼ੇ ਬਾਰੇ, ਪਤੀ ਤੋਂ ਵਿਯੋਗ ਬਾਰੇ, ਖਾਣ ਪੀਣ ਬਾਰੇ। ਅਗਲਾ ਪ੍ਰਸ਼ਨ ਹੈ ਗੁੱਗੇ ਦੀ ਪੂਜਾ ਸਮੇਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਕਹਿੰਦੇ ਹਨ ਦੇਵੀ ਦੇਵਤਿਆਂ ਬਾਰੇ ਗੀਤ, ਸੰਸਕਾਰ ਗੀਤ, ਦਿਨ ਤਿਉਹਾਰ ਦੇ ਗੀਤ ਜਾਂ ਭਜਨ। ਅਗਲਾ ਪ੍ਰਸ਼ਨ ਹੈ ਦੁੱਲਾ ਭੱਟੀ ਦੀ ਵਾਰਤਾ ਬਾਰੇ ਲੋਕ ਗੀਤਾਂ ਦੀ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਨੇ? ਕਾਰਜਗਤ ਗੀਤ, ਪਿਆਰ ਗੀਤ, ਸੂਰਮ ਗਤੀ ਦੇ ਗੀਤ, ਪੇਸ਼ਾਵਰ ਜਾਤੀਆਂ ਦੇ ਗੀਤ। ਅਗਲਾ ਪ੍ਰਸ਼ਨ ਹੈ ਲੋਕ ਕਾਵਿ ਦੇ ਲੱਛਣਾਂ ਵਿੱਚ ਕਿਹੜਾ ਸ਼ਾਮਿਲ ਹੈ? ਪ੍ਰਮਾਣਿਤ ਤੇ ਪ੍ਰਚਲਿਤ ਲੋਕ ਅਨੁਭਵ ਦਾ ਪ੍ਰਗਟਾ, ਲੋਕ ਸਮੂਹ ਰੂਪ ਵਿੱਚ ਸਿਰਜਿਤ, ਲੋਕ ਸਥਿਤੀਆਂ ਪ੍ਰਤੀ ਮਨੁੱਖੀ ਮਨ ਦਾ ਸਹਿਜ ਪ੍ਰਗਟਾ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ ਕਿਹੜੀ ਗੱਲ ਲੋਕ ਕਾਵਿ ਨਾਲ ਜੁੜੀ ਹੋਈ ਹੈ? ਇਹ ਸਾਂਝੇ ਵਿਰਸੇ ਅਤੇ ਪਰਿਵਾਰਾਂ ਦਾ ਅੰਗ ਹੁੰਦਾ ਹੈ। ਇਹਨਾਂ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ। ਇਹ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦਾ, ਜਜ਼ਬੇ ਦੀ ਪ੍ਰਧਾਨਤਾ ਹੁੰਦੀ ਹੈ ਜਾਂ ਇਹ ਸਾਰੇ ਹੀ। ਅਗਲਾ ਪ੍ਰਸ਼ਨ ਹੈ ਮ੍ਰਿਤਕ ਦੇ ਸੰਸਕਾਰਾਂ ਨਾਲ ਕਿਹੜਾ ਲੋਕ ਗੀਤ ਸੰਬੰਧਿਤ ਹੈ? ਸਿੱਠਣੀ, ਹੇਰਾ, ਲੰਬੀ ਬੋਲੀ ਜਾਂ ਕੀਰਨਾ। ਘੋੜੀ ਕਾਵਿ ਰੂਪ ਕਿਹੜੇ ਸੁਰ ਵਿੱਚ ਗਾਇਆ ਜਾਂਦਾ ਹੈ? ਤਿੱਖੇ ਤੇ ਉੱਚੇ ਸੁਰ ਵਿੱਚ, ਦਰਮਿਆਨੇ ਸੁਰ ਵਿੱਚ, ਹੌਲੀ ਸੁਰ ਵਿੱਚ, ਕਦੇ ਤਿੱਖੇ ਤੇ ਕਦੇ ਹੌਲੀ। ਅਗਲਾ ਪ੍ਰਸ਼ਨ ਹੈ ਕਿਹੜੇ ਗੁਰੂ ਸਾਹਿਬ ਨੇ ਅਲਾਹੁਣੀ ਲੋਕ ਕਾਵਿ ਰੂਪ ਨੂੰ ਅਪਣਾਇਆ? ਗੁਰੂ ਅਰਜਨ ਦੇਵ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਰਾਮਦਾਸ ਜੀ ਨੇ ਤੇ ਗੁਰੂ ਅੰਗਦ ਦੇਵ ਜੀ ਨੇ। ਅਗਲਾ ਪ੍ਰਸ਼ਨ ਹੈ ਟੱਪੇ ਦਾ ਸੰਬੰਧ ਕਿਸ ਲੋਕ ਨਾਚ ਨਾਲ ਹੈ? ਭੰਗੜਾ, ਝੂਮਰ, ਗਿੱਧਾ ਜਾਂ ਲੁੱਡੀ। ਅੱਗੇ ਹੈ ਢੋਲਾ ਲੋਕ ਕਾਵਿ ਰੂਪ ਦੀ ਵਰਤੋਂ ਆਮ ਕਰਕੇ ਕਿਹੜੇ ਇਲਾਕੇ ਵਿੱਚ ਵਧੇਰੇ ਹੁੰਦੀ ਰਹੀ ਹੈ? ਬਾਰ, ਦੁਆਬਾ, ਮਾਝਾ ਜਾਂ ਪੁਆਧ। ਅਗਲਾ ਪ੍ਰਸ਼ਨ ਮਾਹੀਆ ਕਿੰਨੀਆਂ ਸਤਰਾਂ ਤੇ ਆਧਾਰਿਤ ਹੁੰਦਾ ਹੈ? 3, 2, 4 ਜਾਂ 5। ਅਗਲਾ ਪ੍ਰਸ਼ਨ ਹੈ ਸੱਦ ਦਾ ਸ਼ਾਬਦਿਕ ਅਰਥ ਹੈ ਇੱਕ ਕਾਵਿ ਰੂਪ, ਉੱਚੀ ਆਵਾਜ਼ ਨਾਲ ਬੁਲਾਉਣਾ, ਵਿਛੋੜਾ ਜਾਂ ਪ੍ਰੇਮ ਗੀਤ। ਅਗਲਾ ਪ੍ਰਸ਼ਨ ਹੈ ਨਿੱਕੀ ਬੋਲੀ ਦਾ ਆਰੰਭ ਕਿਵੇਂ ਹੁੰਦਾ ਹੈ? ਕਿਸੇ ਨੂੰ ਸੰਬੋਧਨ ਕਰਕੇ, ਰੂੜ ਤੁਕ ਤੋਂ, ਪਿਛਲੀ ਤੁਕ ਤੋਂ, ਇੱਕੋ ਸ਼ਬਦ ਨੂੰ ਦੁਹਰਾ ਕੇ। ਅਗਲਾ ਪ੍ਰਸ਼ਨ ਹੈ 12ਵਾਂ ਦੀ ਲਾਜ਼ਮੀ ਸ਼ਰਤ ਹੈ ਰੁੱਤਾਂ ਦਾ ਵਰਣਨ, ਮੁੱਢ ਵਿੱਚ ਮਹੀਨੇ ਦਾ ਨਾਂ, ਵਰਖਾ ਦਾ ਵਰਣਨ, ਰਚਨਾਕਾਰ ਦਾ ਨਾਂ। ਅਗਲਾ ਪ੍ਰਸ਼ਨ ਹੈ ਲੋਕ ਕਥਾ ਵਿੱਚ ਸ਼ਾਮਿਲ ਨਹੀਂ ਹੈ ਨਿੱਕੀ ਕਹਾਣੀ, ਮਿੱਥ ਕਥਾ, ਦੰਦ ਕਥਾ ਜਾਂ ਬੁਝਾਵਲ। ਅੱਗੇ ਹੈ ਮਿੱਥ ਕਥਾਵਾਂ ਵਿੱਚੋਂ ਤਸਵੀਰ ਉਘੜਦੀ ਹੈ
ਰਾਜਨੀਤਿਕ ਅਵਸਥਾ ਦੀ, ਵਿਦਿਅਕ ਹਾਲਤ ਦੀ, ਸਮਾਜਿਕ ਅਵਸਥਾ ਦੀ ਜਾਂ ਲੋਕ ਧਰਮ ਦੀ। ਅਗਲਾ ਪ੍ਰਸ਼ਨ ਹੈ, ਦੰਤ ਕਥਾ ਵਿੱਚ ਮੇਲ ਹੁੰਦਾ ਹੈ ਇਤਿਹਾਸ ਮਿਥਿਹਾਸ ਦਾ, ਦੇਵਤੇ ਤੇ ਪੁਰਸ਼ਾਂ ਦਾ, ਮਨੁੱਖਾਂ ਤੇ ਜਨੌਰਾਂ ਦਾ, ਪਸ਼ੂਆਂ ਦਾ ਤੇ ਪੰਛੀਆਂ ਦਾ। ਅਗਲਾ ਪ੍ਰਸ਼ਨ ਹੈ, ਪ੍ਰੇਤ ਕਥਾਵਾਂ ਵਿੱਚ ਕਿਹੜੇ ਪਾਤਰ ਨਹੀਂ ਹੁੰਦਾ? ਜਿੰਨ, ਡੈਣ, ਸ਼ਲੇਡਾ ਜਾਂ ਦੇਵੀ ਦੇਵਤੇ। ਅਗਲਾ ਪ੍ਰਸ਼ਨ ਹੈ, ਲੋਕ ਕਹਾਣੀਆਂ ਦੇ ਪਾਤਰ ਆਮ ਕਰਕੇ ਕਿਵੇਂ ਦੇ ਹੁੰਦੇ ਆ? ਲੋਕ ਭਲਾਈ ਲਈ ਸੰਘਰਸ਼ ਕਰਦੇ ਆ, ਪਦਾਰਥਕ ਸੁੱਖਾਂ ਲਈ ਸੰਘਰਸ਼ ਕਰਦੇ ਆ, ਜਾਂ ਸਮਾਜਿਕ ਸੁੱਖਾਂ ਲਈ ਸੰਘਰਸ਼ ਕਰਦੇ ਆ, ਜਾਂ ਧਰਮ ਕਰਮ ਲਈ ਜੱਦੋ ਜਹਿਦ ਕਰਦੇ ਨੇ। ਅਗਲਾ ਪ੍ਰਸ਼ਨ ਹੈ, ਮਿਥਕ ਕਥਾਵਾਂ ਦਾ ਵਿਸ਼ਾ ਹੁੰਦਾ ਹੈ ਬ੍ਰਹਿਮੰਡ ਦੇ ਰਹੱਸ ਬਾਰੇ, ਮਨੁੱਖਾਂ ਦੇ ਜਨੌਰਾਂ ਨਾਲ ਸੰਬੰਧਿਤ, ਭੂਤਾਂ ਪ੍ਰੇਤਾਂ ਦੀ ਹੋਂਦ, ਮਨੁੱਖੀ ਭਾਈਚਾਰਾ। ਅਗਲਾ ਪ੍ਰਸ਼ਨ ਹੈ, ਪੰਜਾਬੀ ਲੋਕ ਕਹਾਣੀ ਵਿੱਚ ਸਭ ਤੋਂ ਪ੍ਰਾਚੀਨ ਰੂਪ ਕਿਹੜਾ ਹੈ? ਪ੍ਰੇਤ ਕਥਾਵਾਂ, ਜਨੌਰ ਕਹਾਣੀਆਂ, ਨੀਤੀ ਕਥਾਵਾਂ, ਬੁਝਾਵਲ ਕਹਾਣੀਆਂ। ਇਹ ਸੀ ਲੋਕ ਸਾਹਿਤ ਦੇ ਭਿੰਨ ਭਿੰਨ ਰੂਪ ਨਾਲ ਸੰਬੰਧਿਤ ਪ੍ਰਸ਼ਨ। ਤੁਹਾਨੂੰ ਟੈਸਟ ਕਰਕੇ ਕਿੱਦਾਂ ਦਾ ਲੱਗਦਾ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ, ਅਤੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ। ਥੈਂਕ ਯੂ।